This is a Red FM Vancouver podcast. Make sure you hit subscribe for more great content. For further info, log on to redfm.ca. ਫਿਜ਼ੀਕਲ ਟੱਚ ਬਾਰੇ ਅੱਜ ਗੱਲਬਾਤ ਚੱਲੇਗੀ ਔਰ ਇਹਨਾਂ ਦਿਨਾਂ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਜਦੋਂ ਇਹ ਬੋਲਬਾਲਾ ਰਿਹਾ ਪੈਂਡੈਮਿਕ ਦਾ, ਬਹੁਤ ਸਾਰੇ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਦੂਰ ਰਹਿਣਾ, ਹੱਥ ਨਹੀਂ ਮਿਲਾਉਣਾ, ਟੱਚ ਨਹੀਂ ਕਰਨਾ, ਹੱਗ ਨਹੀਂ ਕਰਨਾ, ਡਿਸਟੈਂਸ ਘੱਟੋ ਘੱਟ 6 ਫੁੱਟ ਦਾ ਰਹਿਣਾ। ਉਸ ਦੇ ਨਾਲ ਅਸੀਂ ਜਿੰਨੇ ਵੀ ਪ੍ਰੋਟੋਕਾਲ ਫੋਲੋ ਕਰਦੇ ਰਹੇ, ਲੇਕਿਨ ਉਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਕਈ ਹੋਰ ਸਮੱਸਿਆਵਾਂ ਆਉਣੀ ਸ਼ੁਰੂ ਹੋ ਗਈਆਂ, ਜਿਹੜੀਆਂ ਕਿ ਮਾਨਸਿਕ ਸਮੱਸਿਆਵਾਂ ਸਨ। ਸਾਡੇ ਨਾਲ ਅੱਜ ਸਰਟੀਫਾਈਡ ਹਿਪਨੋਥੈਰੇਪਿਸਟ ਨੇ, ਸੈਂਸਰੀ ਐਨਰਜੀ ਹੀਲਰ ਨੇ, ਸ਼ੈਲੀ ਸੰਧੂ ਜੀ। ਉਹ ਦੱਸਣਗੇ ਕਿ ਜਿਹੜਾ ਫਿਜ਼ੀਕਲ ਟੱਚ ਇਹ ਕਿੰਨਾ ਜ਼ਰੂਰੀ ਹੈ। ਅਸੀਂ ਤਾਂ ਇਹ ਸਮਝਦੇ ਹਾਂ ਵੀ ਜੇ ਮੇਲ ਫੀਮੇਲ ਫਿਜ਼ੀਕਲ ਟੱਚ ਹੈ ਕਿ ਉਹ ਸੈਕਸ਼ੂਅਲ ਇਨ ਨੇਚਰ ਹੈ, ਪਰ ਜਿਹੜੇ ਹਿਊਮਨ ਟੱਚ ਹੈ ਇਸ ਦੇ ਵਿੱਚ ਕਈ ਕਿਸਮ ਦੀਆਂ ਗੱਲਾਂ ਨੇ। ਸੈਕਸ਼ੂਅਲ ਟੱਚ ਤੋਂ ਬਿਨਾਂ ਵੀ ਜਿਹੜੇ ਕਈ ਲੋਕ ਤਾਂ ਕਰੇਵ ਕਰਦੇ ਆ ਕਿ ਫਿਜ਼ੀਕਲ ਟੱਚ, ਕੋਈ ਮੇਰੇ ਮੋਢੇ 'ਤੇ ਹੱਥ ਰੱਖੇ, ਮੈਂ ਕਿਸੇ ਦਾ ਹੱਥ ਫੜ ਸਕਾਂ ਜਾਂ ਕਿਸੇ ਨੂੰ ਗਲ ਲਾ ਸਕਾਂ ਵਿਦਆਊਟ ਬੀਇੰਗ ਸੈਕਸ਼ੂਅਲ। ਅਤੇ ਹਗਿੰਗ ਅਤੇ ਕਡਲਿੰਗ ਇਫੈਕਟਸ ਜਿਹੜੇ ਨੇ ਉਹ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਈਵਨ ਜਾਨਵਰਾਂ ਨਾਲ ਵੀ, ਤੁਹਾਡੇ ਪਾਲਤੂ ਕੋਈ ਕੁੱਤਾ ਰੱਖਿਆ ਹੋਇਆ ਜਾਂ ਹੋਰ ਨੇ, ਤੁਸੀਂ ਜਦੋਂ ਉਹਨੂੰ ਆਪਣੀ ਗੋਦੀ 'ਚ ਬਿਠਾਉਂਦੇ ਹੋ ਤਾਂ ਮਨ ਦੀਆਂ ਤਰੰਗਾਂ, ਮਨ ਦੇ ਵਿੱਚ ਕਿਸ ਕਿਸਮ ਦੇ ਕੈਮੀਕਲ ਸਿਕਰੀਟ ਹੁੰਦੇ ਆ। ਇਹ ਸਾਰੀ ਗੱਲਬਾਤ ਕਰਨ ਲਈ ਸ਼ੈਲੀ ਸੰਧੂ ਜੀ ਮੇਰੇ ਨਾਲ ਨੇ। ਸ਼ੈਲੀ ਜੀ, ਜੀ ਆਇਆਂ ਨੂੰ। ਥੈਂਕ ਯੂ ਸੋ ਮਚ ਹਰਜਿੰਦਰ ਜੀ। ਸੋ ਆਪਾਂ ਕਿਵੇਂ ਇਹਨੂੰ ਪਰਿਭਾਸ਼ਿਤ ਕਰ ਸਕਦੇ ਹਾਂ, ਫਿਜ਼ੀਕਲ ਟੱਚ ਨੂੰ ਕਿਵੇਂ ਡਿਫਾਈਨ ਕਰਾਂਗੇ? ਜੇ ਆਪਾਂ ਬਚਪਨ ਤੋਂ ਦੇਖਿਆ ਜਾਏ, ਜਿਸ ਤਰ੍ਹਾਂ ਤੁਸੀਂ ਕਿਹਾ, ਵੈਰੀ ਵੈਲ ਸੈਡ, ਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ, ਈਵਨ ਜਦੋਂ ਅਸੀਂ ਬਹੁਤ ਬਜ਼ੁਰਗ ਹੋ ਜਾਂਦੇ ਹਾਂ, ਅਸੀਂ ਫਿਜ਼ੀਕਲ ਟੱਚ ਨੂੰ ਕ੍ਰੇਵ ਕਰੀਦਾ ਨਾ। ਸਾਨੂੰ ਲੱਗਦਾ ਕਿ ਸਾਨੂੰ ਕੋਈ ਹੱਥ ਲਾਏ। ਐਂਡ ਜਿਸ ਤਰ੍ਹਾਂ ਕਿਹਾ, ਆਲ ਟੱਚਿਸ ਆਰ ਨਾਟ ਸੈਕਸ਼ੂਅਲ, ਦੇ ਆਰ ਲਾਈਕ ਸੈਕਸ਼ੂਅਲ ਤੇ ਬਹੁਤ ਛੋਟਾ ਇੱਕ ਐਕਸਪੀਰੀਅੰਸ ਹੁੰਦਾ। ਅਗਰ ਤੁਸੀਂ ਬਹੁਤ ਵੱਡੀ ਸਾਡੀ ਲਾਈਫ ਹੈ, ਲਾਈਫ ਦੇ ਵਿੱਚ ਬਹੁਤ ਕੁਛ ਹੈ, ਬਹੁਤ ਕਿਸਮ ਦੀਆਂ ਨਰਵ ਐਂਡਿੰਗਸ ਨੇ, ਬਹੁਤ ਕਿਸਮ ਦੇ ਐਕਸਪੀਰੀਅੰਸਿਸ ਨੇ। ਪਰ ਜਸਟ ਬਿਕੋਜ਼ ਹੁਣ ਕੋਵਿਡ ਕਰਕੇ ਇਹ ਚੀਜ਼ ਸਾਹਮਣੇ ਆਈ ਹੈ ਕਿ ਜਦੋਂ ਸਾਨੂੰ ਸਾਰਾ ਕੁਛ ਮਿਲ ਰਿਹਾ ਹੁੰਦਾ, ਅਸੀਂ ਸੋਚਦੇ ਨਹੀਂ। ਜਦੋਂ ਲੈਕ ਆਫ ਇਹ ਚੀਜ਼ ਹੋ ਜਾਂਦੀ ਹੈ, ਮਿਲਦੀ ਨਹੀਂ ਹੈ, ਘੱਟ ਹੋ ਜਾਂਦੀ ਹੈ, ਉਦੋਂ ਸਾਨੂੰ ਲੱਗਦਾ ਹੈ ਕਿ ਇਹ ਸਾਡੀ ਜ਼ਿੰਦਗੀ 'ਚੋਂ ਮਿਸਿੰਗ ਹੈਗੀ ਹੈ। ਜਿਹੜੇ ਹੁਣ ਕੱਪੜੇ ਪਾ ਕੇ ਇੱਕ ਦੂਜੇ ਨੂੰ ਅਸੀਂ ਟੱਚ ਕਰਦੇ ਹਾਂ, ਲੈਟਸ ਸੇ ਸਟਰੀਟ ਹਗਿੰਗ ਜਾਂ ਪਬਲਿਕ ਹਗਿੰਗ ਦੇ ਵਿੱਚ, ਦੂਸਰੇ ਪਾਸੇ ਜਿਹੜੀ ਨੇਕਡ ਸਕਿਨ ਆ, ਜਿੱਥੇ ਨਰਵ ਐਂਡਿੰਗਸ ਜਿਹੜੇ ਆ, ਉਹ ਜਿਹੜੀ ਤੁਹਾਡੀ ਸਕਿਨ ਦੀ ਉੱਪਰਲੀ ਲੇਅਰ ਆ, ਐਪੀਡਰਮਸ ਜਾਂ ਡਰਮਸ, ਜੋ ਵੀ ਇਹਨੂੰ ਕਹਿੰਦੇ ਹੋ ਤੁਸੀਂ, ਇੱਥੇ ਇੱਕ ਨੰਗੇ ਹੱਥ ਨੂੰ ਟੱਚ ਕਰਨਾ, ਇੱਕ ਕੱਪੜੇ ਪਾ ਕੇ ਦੂਜੇ ਨੂੰ ਹੱਗ ਕਰਨਾ, ਇਹਦੇ 'ਚ ਟੱਚ 'ਚ ਫਰਕ ਹੈ ਜੀ? ਬਹੁਤ ਜ਼ਿਆਦਾ ਫਰਕ ਹੈ। ਫਰਕ ਐਕਚੁਅਲੀ ਸੋਚਣ ਦੇ ਵਿੱਚ ਹੈ ਸਾਡੇ। ਅਸੀਂ ਉਸ ਟੱਚ ਨੂੰ ਕਿਸ ਤਰ੍ਹਾਂ ਪਰਸੀਵ ਕਰ ਰਹੇ ਹਾਂ। ਜਿਹੜਾ ਸਾਡੀ ਸਕਿਨ ਹੁੰਦੀ ਹੈ ਨਾ, ਸਕਿਨ ਇਜ਼ ਦ ਲਾਰਜੈਸਟ ਔਰਗਨ। ਤੁਸੀਂ ਦੇਖਿਆ ਜਾਏਗਾ ਬੋਡੀ ਦੇ ਉੱਪਰ ਸਭ ਤੋਂ ਵੱਡਾ ਔਰਗਨ ਸਾਡਾ ਸਕਿਨ ਦਾ ਹੈਗਾ। ਤੇ ਟੱਚ ਇਜ਼ ਅ ਫਾਰਮ ਆਫ ਕਮਿਊਨੀਕੇਸ਼ਨ। ਹੁਣ ਸਾਨੂੰ ਕੋਈ ਕਿਸ ਤਰੀਕੇ ਨਾਲ ਟੱਚ ਕਰਿਆ, ਕੋਈ ਪੋਜ਼ੀਟਿਵਲੀ ਕਰਿਆ ਟੱਚ ਜਾਂ ਨੈਗੇਟਿਵਲੀ ਟੱਚ ਕਰਿਆ, ਕੋਈ ਗੁੱਡ ਟੱਚ ਹੈ, ਬੈਡ ਟੱਚ ਹੈ, ਇਹ ਸਾਰੀ ਫੀਲਿੰਗਸ ਜਾਂ ਸਾਡੀ ਪਰਸੈਪਸ਼ਨ ਦੇ ਉੱਪਰ ਡਿਪੈਂਡ ਕਰਦੀਆਂ ਕਿ ਅਸੀਂ ਉਸ ਵਕਤ ਕੀ ਚਾਹ ਰਹੇ ਹਾਂ, ਸਾਨੂੰ ਕੀ ਮਿਲ ਰਿਹਾ। ਸੋ ਦਿਸ ਇਜ਼ ਅ ਬੇਸਿਕ ਫਾਰਮ ਆਫ ਕਮਿਊਨੀਕੇਸ਼ਨ। ਕਹਿੰਦੇ ਕਿ ਜਿਹੜੀ ਟੱਚ ਹੈ ਨਾ, ਇਹ 10 ਟਾਈਮਸ ਸਟਰੋਂਗਰ ਫਾਰਮ ਆਫ ਕਮਿਊਨੀਕੇਸ਼ਨ ਹੈ। ਜੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੇ ਮੈਂ ਗੱਲ ਤੇ ਬੜੇ ਨਾਈਸਲੀ ਕਰ ਰਹੀ ਹਾਂ, ਸਾਰਾ ਕੁਛ ਕਰ ਰਹੀ ਹਾਂ, ਲੇਕਿਨ ਮੇਰੀ ਟੱਚ, ਅਗਰ ਮੈਂ ਤੁਹਾਨੂੰ ਟੱਚ ਕਰ ਰਹੀ ਹਾਂ ਜਾਂ ਕਿਸੇ ਹੋਰ ਇਨਸਾਨ ਨੂੰ ਟੱਚ ਕਰ ਰਹੀ ਹਾਂ, ਤੇ ਮੇਰੀ ਟੱਚ ਅਗਲੇ ਇਨਸਾਨ ਨੂੰ ਕਮਿਊਨੀਕੇਟ ਕਰ ਦੇਗੀ ਕਿ ਵਟ ਇਜ਼ ਮਾਈ ਇੰਟੈਂਸ਼ਨ, ਕਿ ਮੇਰੀ ਇੰਟੈਂਸ਼ਨ ਕੀ ਹੈ। ਸੋ ਕਿਸ ਤਰੀਕੇ ਨਾਲ ਟੱਚ ਕਰ ਰਿਹਾ ਤੇ ਉਸ ਟੱਚ ਨੂੰ ਕਿਸ ਤਰ੍ਹਾਂ ਪਰਸੀਵ ਕੀਤਾ ਜਾ ਰਿਹਾ, 2 ਥਿੰਗਸ। ਹੁਣ ਜਦੋਂ ਪੈਂਡੈਮਿਕ ਦੇ ਦੌਰਾਨ, ਕਿਉਂਕਿ ਤੁਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਦੇ ਰਹਿੰਦੇ ਹੋ, ਕੀ ਦੱਸਿਆ ਤੁਹਾਨੂੰ ਤੁਹਾਡੇ ਜਿਹੜੇ ਮਿਲਣ ਗਿਲਣ ਵਾਲੇ ਸੀ, ਤੁਹਾਡੇ ਕਲਾਇੰਟ ਸੀ, ਕਿ ਫਿਜ਼ੀਕਲ ਟੱਚ ਨੂੰ ਉਹ ਕਰੇਵ ਕਰਦੇ ਰਹੇ ਆ? ਆਈ ਥਿੰਕ 2 ਚੀਜ਼ਾਂ ਨੇ ਇਹਦੇ ਵਿੱਚ। ਇੱਕ ਤੇ ਟੱਚ ਹੁੰਦੀ ਹੈ ਜਦੋਂ ਕਿ ਅਸੀਂ ਵਿਦਆਊਟ ਥਿੰਕਿੰਗ, ਸਾਡੀ ਆਦਤ ਹੀ ਬਣੀ ਹੁੰਦੀ ਹੈ ਆਪਣੇ ਪੀਅਰਸ ਦੇ ਨਾਲ, ਆਪਣੇ ਫਰੈਂਡਸ ਦੇ ਨਾਲ। ਹੁਣ ਆਈ ਕੈਨ ਸਪੀਕ ਫॉर ਮਾਈ ਸੈਲਫ। ਜਦੋਂ ਮੈਂ ਕਿਸੇ ਆਪਣੀ ਫਰੈਂਡਸ ਨੂੰ ਮਿਲਦੀ ਹਾਂ ਤੇ ਆਈ ਜਸਟ ਗੋ ਫॉर ਹੱਗ। ਤੇ ਜਦੋਂ ਹੁਣ ਅਸੀਂ ਸੁਸਾਇਟੀ ਦੇ ਵਿੱਚ ਵਿਚ ਇਜ਼ ਅਪਰੂਵਡ ਹੈ ਨਾ ਕਿ ਅਸੀਂ ਤੁਸੀਂ ਟੱਚ ਕਰ ਸਕਦੇ,
98% ਲੋਕ ਮਾਈਂਡ ਨਹੀਂ ਕਰਦੇ, ਪਰ 1 ਜਾਂ 2% ਐਸੇ ਲੋਕ ਨੇ ਜਿਹੜੇ ਟੱਚ ਨੂੰ ਬਲੀਵ ਨਹੀਂ ਕਰਦੇ ਜਾਂ ਉਹ ਸੋਚਦੇ ਕਿ ਨਹੀਂ, ਦਿਸ ਇਜ਼ ਬਿਫੋਰ ਕੋਵਿਡ, ਕਿ ਅਸੀਂ ਟੱਚ ਨੂੰ ਨਾ ਹੀ ਕਰੀਏ, ਹੈਂਡਸ਼ੇਕ ਕਰੀਏ। ਇਟ ਆਲਸੋ ਡਿਪੈਂਡਸ ਕਿ ਤੁਹਾਡਾ ਕੰਫਰਟ ਲੈਵਲ ਅਗਲੇ ਇਨਸਾਨ ਨਾਲ ਕੀ ਹੈਗਾ। ਪਰ ਯੈਸ, ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਸਿਰਫ ਫੋਨਾਂ ਰਾਹੀਂ ਗੱਲਬਾਤ ਕਰ ਰਹੇ ਹਾਂ, ਕਾਫੀ ਦੇਰ ਤੱਕ ਫੋਨਾਂ ਰਾਹੀਂ ਗੱਲਬਾਤ ਹੋ ਰਹੀ ਹੈ, ਲੇਕਿਨ ਯੂ ਮਿਸ ਦੈਟ ਐਨਰਜੀ। ਹੁਣ ਜਿਸ ਤਰ੍ਹਾਂ ਮੈਂ ਐਨਰਜੀ ਦੇ ਉੱਪਰ ਵੀ ਗੱਲ ਕਰਨੀ ਆ, ਜਦੋਂ ਅਸੀਂ ਇੱਕ ਦੂਸਰੇ ਨਾਲ ਬੈਠਦੇ ਹਾਂ ਟੱਚ ਤੋਂ ਪਹਿਲੇ, ਈਵਨ ਅਸੀਂ ਹਾਲਾਂ ਟੱਚ ਵੀ ਨਹੀਂ ਕੀਤਾ ਹੁੰਦਾ ਕਿਸੇ ਨੂੰ, ਜਦੋਂ ਦੋ ਇਨਸਾਨ, I'm not talking about male female, I'm just talking about two human beings, ਉਹਨਾਂ ਦੇ ਐਨਰਜੀਜ਼ ਹੀ ਆਪਸ ਵਿੱਚ ਇੰਟੀਗ੍ਰੇਟ ਹੁੰਦੀ ਹੈ, ਉਦੋਂ ਹੀ ਤੁਸੀਂ ਮਹਿਸੂਸ ਕਰ ਜਾਂਦੇ ਹੋ ਕਿ ਮੈਨੂੰ ਇਹ ਇਨਸਾਨ ਪਸੰਦ ਹੈ, ਮੈਨੂੰ ਇਸ ਇਨਸਾਨ ਦੀ ਨਾਲ ਬੈਠ ਕੇ ਅੱਛਾ ਮਹਿਸੂਸ ਹੋ ਰਿਹਾ ਜਾਂ ਬੁਰਾ ਮਹਿਸੂਸ ਹੋ ਰਿਹਾ। ਤੇ ਟੱਚ ਤੇ ਤੁਸੀਂ ਸੋਚੋ ਕਿੰਨਾ ਇੰਪੋਰਟੈਂਸ ਰੱਖਦੀ ਹੈ ਸਾਡੀ ਲਾਈਫ ਦੇ ਵਿੱਚ। ਜਦੋਂ ਟੱਚ ਤੋਂ ਬਗੈਰ ਹੀ ਅਸੀਂ ਆਪਣੀ ਐਨਰਜੀ ਸਾਡੀਆਂ ਟੱਚ ਕਰਦੀਆਂ, ਉਦੋਂ ਹੀ ਅਸੀਂ ਕਿੰਨਾ ਕੁਛ ਮਹਿਸੂਸ ਕਰ ਜਾਂਦੇ ਹਾਂ। ਅੱਛਾ, ਹਿਊਮਨ ਸੁਸਾਇਟੀ ਲਈ ਸ਼ੈਲੀ ਜੀ ਇਹ ਹਗਿੰਗ ਜਿਹੜੀ ਆ ਉਹ ਕਿੰਨੀ ਇੰਪੋਰਟੈਂਟ ਹੈ? ਕੀ ਮਨੁੱਖ ਦੇ ਵਿਕਾਸ ਲਈ ਹਗਿੰਗ, ਟੱਚਿੰਗ ਇਹ ਬਹੁਤ ਕਰੂਸ਼ੀਅਲ ਹੈ? ਬਹੁਤ ਜ਼ਿਆਦਾ ਕਰੂਸ਼ੀਅਲ ਹੈ। ਆਈ ਵਾਜ਼ ਰੀਡਿੰਗ, ਕਹਿੰਦੇ ਕਿ ਅਗਰ ਕੋਈ ਇਨਸਾਨ ਬਲਾਈਂਡ ਹੋਏ, ਅੰਧਾ ਹੋ ਜਾਏ ਨਾ, ਤੇ ਉਹ ਬ੍ਰੇਲ ਦੇ ਨਾਲ ਟੱਚ ਕਰ ਕਰਕੇ ਸਾਰਾ ਕੁਝ ਫਿਰ ਵੀ ਅੰਡਰਸਟੈਂਡ ਕਰਕੇ ਸੁਣ ਕੇ ਆਪਣੀ ਲਾਈਫ ਨੂੰ ਬੈਟਰ ਕਰ ਸਕਦਾ। ਜੇ ਕੋਈ ਇਨਸਾਨ ਬਹਿਰਾ ਹੋ ਜਾਏ ਤੇ ਉਹ ਦੇਖ ਕੇ ਬਾਕੀ ਸੈਂਸਿਸ ਦੇ ਨਾਲ ਕਾਫੀ ਕੁਝ ਆਪਣੀ ਜ਼ਿੰਦਗੀ ਨੂੰ ਨੋਰਮਲ ਤਰੀਕੇ ਨਾਲ ਚਲਾ ਸਕਦਾ। ਬਟ ਜੇ ਤੁਹਾਡੇ ਕੋਲ ਸਾਰੀਆਂ ਸੈਂਸਿਸ ਨੇ ਤੇ ਤੁਹਾਨੂੰ ਕੋਈ ਟੱਚ ਕਰਨ ਵਾਲਾ ਨਾ ਇਨਸਾਨ ਮਿਲੇ, ਜਾਂ ਟੱਚ ਗਿਵ ਕਰਨ ਵਾਲਾ ਜਾਂ ਟੱਚ ਰਿਸੀਵ ਕਰਨ ਵਾਲਾ, ਤੇ ਯੂ ਗਰੋ ਅਪ ਸਟੰਟਡ ਫਿਜ਼ੀਕਲੀ। ਤੁਹਾਡੀ ਜਿਹੜੀ ਗਰੋਥ ਹੈ ਉਹ ਸਟੰਟ ਹੋ ਜਾਂਦੀ ਹੈ, ਪ੍ਰੋਪਰ ਗਰੋਥ ਨਹੀਂ ਹੁੰਦੀ। ਇਮੋਸ਼ਨਲੀ ਤੁਸੀਂ ਬਿਲਕੁਲ ਬ੍ਰੋਕਨ, ਡਿਪਰੈਸਡ ਜਾਂ ਐਂਗਜ਼ਾਈਟੀ ਦੇ ਵਿੱਚ ਹੋ ਜਾਂਦੇ ਹੋ, ਤੇ ਮੈਂਟਲੀ ਤੁਸੀਂ ਗਰੋ ਨਹੀਂ ਹੁੰਦੇ। ਤੁਹਾਡਾ ਇਮਿਊਨ ਸਿਸਟਮ ਹੈ ਉਹ ਬਹੁਤ ਘੱਟ ਹੋ ਜਾਂਦਾ। ਰੀਅਲੀ? ਵਿਦ ਲੈਕ ਆਫ ਟੱਚਿੰਗ? ਲੈਕ ਆਫ ਟੱਚਿੰਗ। ਅੱਛਾ, ਹਗਿੰਗ ਤੇ ਕਡਲਿੰਗ ਇਫੈਕਟਸ ਕੀ ਹੈ ਹਿਊਮਨ ਬੀਇੰਗਸ ਦੇ ਉੱਤੇ? So let's talk about touching first. ਮੈਂ ਤੁਹਾਨੂੰ ਥੋੜਾ ਜਿਹਾ ਹੋਰ ਟੱਚਿੰਗ ਦੇ ਉੱਪਰ ਦੱਸਣੀ ਹੈ, then I'll come to hugging and cuddling also. Okay. ਜਦੋਂ ਅਗਰ ਆਪਾਂ ਦੇਖਿਆ ਜਾਏ ਕਿ ਜਿਹੜੇ ਅਸੀਂ ਹੁਣ ਮੰਕੀਜ਼ ਦੇ ਨਾਲ ਬਹੁਤ ਜ਼ਿਆਦਾ ਰਿਲੇਟਿਡ ਹੈਗੇ ਆ, ਬਾਂਦਰਾਂ ਨੂੰ ਆਪਾਂ ਦੇਖਦੇ ਹਾਂ, ਪ੍ਰਾਈਮੇਟਸ ਕਹਿੰਦੇ ਆ ਉਹਨਾਂ ਨੂੰ, ਮੈਮਲਸ ਸਪੀਸੀਜ਼ ਹੈ ਨਾ, ਵੀ ਆਰ ਵੈਰੀ ਕਲੋਜ਼ਲੀ ਰਿਲੇਟਿਡ। ਤੇ ਉਹਦੇ ਵਿੱਚੋਂ ਇੱਕ ਐਸੀ ਸਪੀਸੀਜ਼ ਹੈ, ਬਬੂਨ ਦੀ ਸਪੀਸੀਜ਼ ਹੈਗੀ ਹੈ, ਜਿਹੜੇ 17 ਘੰਟੇ ਇੱਕ ਦੂਸਰੇ ਨੂੰ ਗਰੂਮ ਕਰਦੇ ਹੈ। ਹੁਣ ਆਪਾਂ ਜਦੋਂ ਇੰਡੀਆ ਵੀ ਜਾਈਦਾ ਜਾਂ ਇੱਥੇ ਵੀ ਕਿਤੇ ਮੰਕੀਜ਼ ਨੂੰ ਦੇਖਣ ਨੂੰ ਮਿਲਦੇ ਆ, ਤੇ ਉਹ ਕਿਸੇ ਇਕੱਠੇ ਹੋ ਕੇ ਬੈਠੇ ਹੁੰਦੇ। ਜਦੋਂ ਉਹਨਾਂ ਨੂੰ ਕੋਈ ਫਿਜ਼ੀਕਲ ਥ੍ਰੈਟ ਹੁੰਦਾ ਹੈ ਜਾਂ ਨੋਰਮਲੀ ਲੈਟਸ ਸੇ ਮੌਸਮ ਖਰਾਬ ਹੈ, ਉਹਨਾਂ ਨੂੰ ਅੱਛਾ ਨਹੀਂ ਲੱਗ ਰਿਹਾ, ਉਹ ਇਕੱਠੇ ਹੋ ਕੇ ਬੈਠ ਜਾਂਦੇ, ਕਡਲ ਹੋ ਕੇ ਕਰਦੇ ਹੈ। ਜਾਂ ਫਿਰ ਵੇਲੇ ਅਗਰ ਧੁੱਪ 'ਚ ਬੈਠੇ ਤੇ ਇੱਕ ਦੂਸਰੇ ਦੀਆਂ, ਆਪਾਂ ਜੂਆਂ ਕਹਿੰਦੇ ਹਾਂ ਬਟ ਹੁੰਦੀਆਂ ਜੂਆਂ ਨਹੀਂ ਹੁੰਦੀਆਂ, ਉਹ ਸਾਲਟ ਡਿਪੋਜ਼ਿਟਸ ਹੁੰਦੇ ਆ, ਦੇ ਆਰ ਗਰੂਮਿੰਗ ਈਚ ਅਦਰ, ਹੈ ਨਾ, ਇੱਕ ਦੂਸਰੇ ਨੂੰ ਟੱਚ ਕਰ ਰਹੇ ਨਾ। ਸੋ ਦਿਸ ਟੱਚ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ। ਇਹ ਉਹਨਾਂ ਜਾਨਵਰਾਂ 'ਚ ਵੀ ਇੰਪੋਰਟੈਂਟ ਹੈ ਕਿ ਜਿਹੜੇ ਕਿ ਬਿਲਕੁਲ ਨੋਨ ਸੈਕਸ਼ੂਅਲ ਬਿਹੇਵੀਅਰ ਹੈ ਉਹ, ਤੇ ਸਾਡੇ ਵਿੱਚ ਕਿਉਂ ਨਹੀਂ ਹੋਏਗੀ ਜਦੋਂ ਅਸੀਂ ਇੱਕ ਇਮੋਸ਼ਨਲੀ ਇਵੋਲਵਡ ਸਪੀਸੀਜ਼ ਹੈਗੇ ਹਾਂ, ਹੈ ਨਾ। ਤੇ ਹਗਿੰਗ ਤੇ ਕਡਲਿੰਗ ਦਾ ਕੀ ਇਫੈਕਟ ਹੈ ਜੀ? ਤੇ ਫਿਰ ਹੁਣ ਹਗਿੰਗ ਤੁਸੀਂ ਦੇਖੋ, ਹਗਿੰਗ ਐਂਡ ਕਡਲਿੰਗ ਦ ਟੂ ਡਿਫਰੈਂਟ ਥਿੰਗਸ ਐਕਚੁਅਲੀ ਹੈਗੀਆਂ ਤੇ ਰਿਲੇਟਿਡ ਨੇ। ਬਟ ਹੁਣ ਹਗਿੰਗ ਹੈ, ਵੀ ਗੋ ਹਗ ਐਵਰੀਬਡੀ, ਵੀ ਹਗ ਕਿਡਸ, ਵੀ ਹਗ ਆਰ ਸਪਾਊਜ਼ਸ, ਵੀ ਹਗ ਆਰ ਫਰੈਂਡਸ, ਅਸੀਂ ਫਰੈਂਡਸ ਨੂੰ ਹਗ ਕਰਨੇ ਆ। ਕੰਮ ਤੇ ਵੀ ਅਸੀਂ ਜਿਨ੍ਹਾਂ ਨੂੰ ਰੋਜ਼ ਮਿਲਦੇ ਜੁਲਦੇ ਹਾਂ, ਜਿਨ੍ਹਾਂ ਨਾਲ ਸਾਡਾ ਕੰਫਰਟ ਲੈਵਲ ਠੀਕ ਹੁੰਦਾ, ਅਸੀਂ ਉਹਨਾਂ ਨੂੰ ਈਜ਼ਲੀ ਹਗ ਕਰਨੇ ਆ। ਤੇ ਜਿਨ੍ਹਾਂ ਨੂੰ ਆਪਾਂ ਪਹਿਲੀ ਵਾਰੀ ਮਿਲਿਆ, ਆਪਾਂ ਸਾਈਡ ਹਗਸ ਵੀ ਦੇ ਦਿੰਦੇ ਹਾਂ, ਵਿਚ ਆਰ ਅਪਰੂਵਡ, ਸਪੈਸ਼ਲੀ ਸਾਡੀ ਇਸ ਪਾਰਟ ਆਫ ਦਾ ਸੋਸਾਇਟੀ ਦੇ ਵਿੱਚ। ਤੇ ਜਦੋਂ ਅਸੀਂ ਹੱਗ ਕਰਨੇ ਆ ਨਾ, ਇੱਕ ਤੇ ਸ਼ਾਰਟ ਹੱਗ ਹੁੰਦੇ, ਇੱਕ ਐਟਲੀਸਟ ਕਹਿੰਦੇ ਜੇ ਤੁਸੀਂ ਹੱਗ 20 ਸੈਕਿੰਡ ਦਾ ਹੱਗ ਹੋਏ ਤਾਂ ਜਿਹੜੇ ਤੁਹਾਡੇ ਹੈਪੀ ਹਾਰਮੋਨਸ ਨੇ, ਲਾਈਕ ਆਕਸੀਟੋਸਿਨ, ਡੋਪਾਮੀਨ ਤੇ ਆਪਣਾ ਸੈਰੋਟੋਨਿਨ ਤੇ ਐਂਡੋਰਫਿਨਸ ਵਗੈਰਾ, ਜਿੰਨੇ ਵੀ ਹੈਪੀ ਹਾਰਮੋਨਸ ਨੇ, ਉਹ 20 ਸੈਕਿੰਡ ਹੱਗ ਤੋਂ ਬਾਅਦ ਰਿਲੀਜ਼ ਹੋਣੇ ਸ਼ੁਰੂ ਹੋ ਜਾਂਦੇ ਤੁਹਾਡੀ ਬੋਡੀ ਦੇ ਵਿੱਚ। ਲੈਟਸ ਸੇ ਮੈਂ ਆਪਣੇ ਬੱਚੇ ਨੂੰ ਹੱਗ ਕੀਤਾ ਤੇ ਮੈਂ ਹੁਣ ਉਹਨੂੰ ਬੋਲਣੀ ਕਿ ਤੂੰ ਮੈਨੂੰ 20 ਸੈਕਿੰਡ ਵਾਸਤੇ ਹੱਗ ਕਰਨਾ ਹੀ ਕਰਨਾ, 20 ਸੈਕਿੰਡ ਤੋਂ ਪਹਿਲੇ ਨਹੀਂ ਛੋੜਨਾ, ਬਿਕੋਜ਼ ਆਈ ਫੀਲ ਗੁੱਡ। ਉਹਦੀ ਦੇਰ ਤੱਕ ਨੂੰ ਮੇਰੀ ਸਾਰੀ ਮਸਲ ਟੈਨਸ਼ਨ ਰਿਲੀਜ਼ ਹੋ ਜਾਂਦੀ ਹੈ। ਸੇਮ ਗੋਜ਼ ਫॉर ਮਾਈ ਸਪਾਊਸ ਆਲਸੋ, ਫॉर ਮਾਈ ਪਾਰਟਨਰ, ਕਿ ਹੱਗ ਕਰਨਾ ਹੈ ਤੇ ਇੱਕ ਛੋਟਾ ਜਿਹਾ ਹੱਗ ਕਰਕੇ ਨਹੀਂ ਭੱਜ ਜਾਓ, ਆਰਾਮ ਦੇ ਨਾਲ ਹੱਗ ਕਰੋ, ਜਿਹਦੇ ਤੁਹਾਡੀ ਪੂਰੀ ਬੋਡੀ
the muscle tension सारी release हो जाए ਤੇ ਹੈਪੀ ਹਾਰਮੋਨਸ ਚਾਲੂ ਹੋ ਜਾਣ। हाँ चालू हो जाए, ਤੁਹਾਡੇ ਦਿਮਾਗ ਚੋਂ flow ਹੋਣੇ ਸ਼ੁਰੂ ਹੋ ਜਾਣ। and ਤੁਸੀਂ ਮਹਿਸੂਸ ਕਰੋਗੇ actually energetically and in your body you will feel the difference ਅਗਰ ਤੁਸੀਂ aware ਹੋ ਆਪਣੀ emotions ਦੇ ਬਾਰੇ। ਤੇ ਕਡਲਿੰਗ ਜੀ? ਅੱਛਾ ਹੁਣ ਤੁਸੀਂ ਕਡਲਿੰਗ ਦੇ ਬਾਰੇ ਕਡਲਿੰਗ ਇਜ਼ ਅ ਵੈਰੀ ਇੰਟਰਸਟਿੰਗ ਪ੍ਰੋਸੈਸ ਤੇ ਆਈ ਨੋ ਕਿ ਤੁਸੀਂ ਪ੍ਰੋਫੈਸ਼ਨਲ ਕਡਲਰਸ ਤੇ ਵੀ ਆਉਣਾ ਚਾਹ ਰਹੇ ਹੋ। ਪਤਾ ਜਦੋਂ ਮੈਂ ਪਹਿਲੀ ਵਾਰੀ ਪ੍ਰੋਫੈਸ਼ਨਲ ਕਡਲਰਸ ਦੇ ਬਾਰੇ ਸੁਣਿਆ ਸੀਗਾ ਆਈ ਵਾਜ਼ ਸ਼ੌਕਡ ਕਿ ਹੈ ਇਹ ਪ੍ਰੋਫੈਸ਼ਨਲ ਕਡਲਿੰਗ ਵੀ ਕੋਈ ਚੀਜ਼ ਹੁੰਦੀ ਹੈ। $5 American ਕਡਲ। $5 American? ਇਹ ਮੈਂ ਪੜਿਆ ਕਿਤੇ ਨੋਟ ਲਿਖਿਆ ਹੋਇਆ। ਹਾਂਜੀ। for 5 minutes or for 5 hours? 5 minutes. So I was reading $80 and they're $80 for 1 hour. Really? $80 for 1 hour for professional cuddling. ਤੇ ਉਹਦੇ ਵਿੱਚ ਹੁਣ ਲੋਕ ਹਾਇਰ ਵੀ ਕਰਦੇ ਕਿ ਪ੍ਰੋਫੈਸ਼ਨਲ ਕਡਲਰਸ ਵਾਸਤੇ ਅਸੀਂ ਤੁਹਾਨੂੰ ਸਰਟੀਫਿਕੇਸ਼ਨ ਦੇ ਦਾਂਗੇ ਆ ਜਾਓ ਬਟ ਇਟਸ ਅ ਪ੍ਰੋਸੈਸ ਐਕਚੁਅਲੀ ਅਸੀਂ ਮਜ਼ਾਕ ਕਰ ਰਹੇ ਹਾਂ ਇਸ ਵਕਤ ਪਰ ਇਟਸ ਅ ਪ੍ਰੋਸੈਸ ਕਿ ਇਟਸ ਅ ਨਾਨ ਸੈਕਸ਼ੂਅਲ ਇੰਟੀਮੇਟ hugging type of thing ਕਿ ਤੁਸੀਂ cuddle ਕਰਦੇ ਹੋ and ਤੁਹਾਨੂੰ ਪਤਾ you'll be surprised actually and I am not surprised but maybe most of the men will be surprised ਕਿ cuddlers ਕੋਲ ਪਤਾ ਕੌਣ ਜਾਂਦੇ ਆ mostly middle aged men ਜਿਹੜੇ ਕਿ single ਹੋਣਗੇ ਜਾਂ divorced ਹੋਣਗੇ ਜਾਂ even married ਹੋਣਗੇ but they don't feel so much of love at home. So they are the ones ਜਿਹੜੇ professional cuddlers ਕੋਲ ਜਾਂਦੇ ਨੇ ਤੇ cuddling is basically ਤੁਹਾਨੂੰ cuddle ਕੀਤਾ ਜਾਂਦਾ ਮੈਂ ਪੜ੍ਹ ਰਹੀ ਸੀ I don't know much about it but ਕਿ cuddle ਕੀਤਾ ਜਾਂਦਾ it's non-sexual and it's just basically same thing ਕਿ ਤੁਹਾਨੂੰ feel good ਤੁਹਾਡੀ muscle tensions ਦੂਰ ਹੋ ਜਾਣ ਤੁਹਾਡੀ body calm down ਹੋ ਜਾਏ mind calm down ਹੋ ਜਾਏ and you feel a type of acceptance ਕਿ ਮੈਂ ਵੀ ਇੱਕ ਇਨਸਾਨ ਹਾਂ ਮੈਂ ਯੂ ਨੋ ਆਈ ਐਮ ਐਕਸੈਪਟਡ ਦ ਵੇ ਆਈ ਐਮ। ਮੇਰੇ ਨਾਲ ਸ਼ੈਲੀ ਸੰਧੂ ਜੀ ਗੱਲਬਾਤ ਕਰ ਰਹੇ ਫਿਜ਼ੀਕਲ ਟੱਚ ਬਾਰੇ। ਪੈਂਡੈਮਿਕ ਦੇ ਦੌਰਾਨ ਬਹੁਤ ਸਾਰੇ ਲੋਕ ਕ੍ਰੇਵ ਕਰਦੇ ਰਹੇ ਫਿਜ਼ੀਕਲ ਟੱਚ ਦੀ ਗੈਰ ਹਾਜ਼ਰੀ ਦੇ ਵਿੱਚ ਬਹੁਤ ਸਾਰੇ ਲੋਕ ਇਮੋਸ਼ਨਲੀ ਆਪਣੇ ਆਪ ਨੂੰ ਡਿਪਰਾਈਵਡ ਮਹਿਸੂਸ ਕਰਦੇ ਨੇ। ਸ਼ੈਲੀ ਜੀ ਨੇ ਹੁਣ ਤੱਕ ਦੱਸਿਆ ਕਿ ਹੈਪੀ ਹਾਰਮੋਨਸ ਜਿਹੜੇ ਨੇ ਉਹ ਟੱਚਿੰਗ ਤੇ ਹਗਿੰਗ ਨਾਲ ਜਿਹੜੇ ਨੇ ਸਿਕਰੀਟ ਹੁੰਦੇ ਨੇ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਹੈਪੀ ਹਾਰਮੋਨਸ ਨੇ ਜਿਹੜੇ ਸੋ ਸੈਰੋਟੋਨਿਨ ਵਗੈਰਾ। ਔਰ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਹਗਿੰਗ ਤੇ ਕਡਲਿੰਗ 'ਚ ਕੀ ਫਰਕ ਹੈ। ਪ੍ਰੋਫੈਸ਼ਨਲ ਕਡਲਰਸ ਦੀ ਗੱਲ ਕਰ ਰਹੇ ਸੀ। ਤੁਸੀਂ ਵੀ ਵੇਖਿਆ ਹੋਣਾ ਕਿ ਹੈਲੋਵੀਨ ਆਪਣੇ ਵੈਲੈਂਟਾਈਨ ਦੇ ਦਿਨਾਂ ਦੇ ਵਿੱਚ ਵੈਂਕੂਵਰ 'ਚ ਕਈ ਥਾਵੇਂ ਹੁੰਦਾ ਫਰੀ ਹਗਸ ਖੜੇ ਹੁੰਦੇ ਕਈ ਬੰਦੇ ਔਰ ਇਹ ਮਨੁੱਖ ਦੀ ਇੱਕ ਭੁੱਖ ਹੈ ਇਹ ਇੱਕ ਸਿੱਕ ਆ ਜਿਹਦੇ ਨਾਲ ਤੁਸੀਂ ਫਿਜ਼ੀਕਲੀ ਬੈਟਰ ਮਹਿਸੂਸ ਕਰਦੇ ਹੋ ਮੈਂਟਲੀ ਵੀ ਬੈਟਰ ਮਹਿਸੂਸ ਕਰਦੇ ਹੋ। ਲੇਕਿਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਇਸ ਗੱਲ ਤੋਂ ਵਾਂਝੇ ਰਹਿ ਗਏ ਔਰ ਜਿਨ੍ਹਾਂ ਨੂੰ ਫਿਜ਼ੀਕਲ ਟੱਚ ਤੋਂ ਵਾਂਝਿਆਂ ਨੂੰ ਮਾਨਸਿਕ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਤੇ ਪੈ ਰਿਹਾ ਹੈ। ਮੇਰੇ ਨਾਲ ਸ਼ੈਲੀ ਜੀ ਗੱਲਬਾਤ ਕਰ ਰਹੇ ਨੇ। ਸ਼ੈਲੀ ਜੀ ਜਿਹੜੇ ਬੱਚੇ ਵੀ ਆ ਈਵਨ ਜਦੋਂ ਕਡਲਿੰਗ ਕਰਦੇ ਆ ਕਡਲਿੰਗ ਦੇ ਵੇਲੇ ਉਹਨਾਂ ਦੀ ਮੇਰਾ ਖਿਆਲ ਮੋਸਟ ਚੰਗੇ ਜਿਹੜੇ ਖੁਸ਼ੀ ਦੇ ਮੂਮੈਂਟ ਹੁੰਦੇ ਆ ਉਹ ਬੱਚੇ ਦੀ ਡਿਵੈਲਪਮੈਂਟ ਵੀ ਉਹਦੀ ਕਡਲਿੰਗ ਤੇ ਹਗਿੰਗ ਤੇ ਕਾਫੀ ਨਿਰਭਰ ਕਰਦੀ ਹੈ। ਉਹ 100% 100 ਤੋਂ ਵੀ ਜ਼ਿਆਦਾ ਪਤਾ ਜਦੋਂ ਅਸੀਂ ਅਗਰ ਆਪਣਾ ਕਲਚਰ ਹੀ ਦੇਖ ਲਈਏ ਜਦੋਂ ਸਾਡੇ ਘਰਾਂ 'ਚ ਬੱਚੇ ਪੈਦਾ ਹੁੰਦੇ ਛੋਟੇ ਛੋਟੇ ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਐਂਡ ਆਈ ਥਿੰਕ ਈਵਨ ਟੂਡੇ ਸਾਡੇ ਦਾਦੀ ਨਾਨੀਆਂ ਜਦੋਂ ਮਾਵਾਂ ਬੈੱਡ ਤੇ ਹੁੰਦੀਆਂ ਸੀ ਉਹਨਾਂ ਦਾ ਰੈਸਟ ਪੀਰੀਅਡ ਹੁੰਦਾ ਸੀਗਾ ਤੇ ਜਿਹੜੇ ਓਲਡਰ ਲੇਡੀਜ਼ ਹੁੰਦੀਆਂ ਸੀਗੀਆਂ ਉਹ ਬੱਚੇ ਨੂੰ ਮਾਲਿਸ਼ ਕਰਦੀਆਂ ਸੀਗੀਆਂ ਫਿਰ ਮਾਵਾਂ ਵੀ ਮਾਲਿਸ਼ ਕਰਦੀਆਂ ਸੀਗੀਆਂ ਬੱਚੇ ਦੀਆਂ ਤੇ ਉਹਦੇ ਪਿੱਛੇ ਇੱਕ ਸਾਇੰਸ ਸੀਗੀ। ਪਹਿਲੇ ਮੈਂ ਸੋਚਦੀ ਸੀਗੀ ਕਿ ਇੰਨੀ ਮਾਲਿਸ਼ ਗੋਰੇ ਤੇ ਇੰਨੇ ਕਰਦੇ ਨਹੀਂ ਹੈ ਬਾਕੀ ਲੋਕ ਤੇ ਇੰਨਾ ਕਰਦੇ ਨਹੀਂ ਹੈ ਸਾਡੇ 'ਚ ਕਿਉਂ ਹੁੰਦੀ ਹੈ ਬਟ ਜਦੋਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਪਤਾ ਚੱਲਦਾ ਕਿ ਕਾਫੀ ਸਾਰੇ ਰਿਚੁਅਲਸ ਜਿਹੜੇ ਸਾਡੇ ਬਣੇ ਹੋਏ ਨੇ ਰੀਤੀ ਰਿਵਾਜ ਉਹਨਾਂ ਦੇ ਪਿੱਛੇ ਬਹੁਤ ਗਹਿਰਾ ਮਤਲਬ ਹੁੰਦਾ ਹੈ। ਜਦੋਂ ਅਸੀਂ ਇੱਕ ਛੋਟੇ ਬੱਚੇ ਨੂੰ ਫੜਨੇ ਆ ਪਕੜਨੇ ਆ ਜਦੋਂ ਪੈਦਾ ਹੁੰਦਾ ਉਹ ਪੂਰਾ ਟਰਸਟ ਕਰ ਰਿਹਾ ਹੁੰਦਾ ਵਿਸ਼ਵਾਸ ਕਰਕੇ ਕਿਉਂਕਿ ਉਹਦੀ ਜਿਹੜੀ ਸਰਵਾਈਵਲ ਹੈ ਦੂਸਰੇ ਇਨਸਾਨ ਦੇ ਉੱਪਰ ਡਿਪੈਂਡੈਂਟ ਹੈ ਉਸ ਵਕਤ ਤੇ ਜਦੋਂ ਹੁਣ ਜਿਸ ਤਰ੍ਹਾਂ ਮੈਂ ਕਿਹਾ ਸਕਿਨ ਇਜ਼ ਦ ਲਾਰਜੈਸਟ ਔਰਗਨ ਉਹਦੇ ਉੱਪਰ ਸਾਰੀਆਂ ਨਰਵ ਐਂਡਿੰਗਸ ਨੇ
ਜਦੋਂ ਮਾਂ ਨੇ ਜਾਂ ਨਾਨੀ ਦਾਦੀ ਨੇ ਕਿਸੇ ਟਰਸਟਿੰਗ ਇਨਸਾਨ ਨੇ ਉਸ ਬੱਚੇ ਨੂੰ ਆਸਤਾ ਆਸਤਾ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ, ਸਪੈਸ਼ਲੀ ਲੈਟਸ ਸੇ ਮਦਰ, ਤੇ ਹੁਣ ਪਹਿਲੀ ਗੱਲ ਤੇ ਹੁਣ ਇਹ ਪਤਾ ਚੱਲ ਗਿਆ ਕਿ ਪੋਸਟਮਾਰਟਮ ਹੁੰਦਾ ਹੈ, ਪੋਸਟਮਾਰਟਮ ਦੇ ਵਿੱਚ ਔਰਤਾਂ ਡਿਪਰੈਸ਼ਨ ਵਿੱਚ ਚਲੇ ਜਾਂਦੀ ਹੈ, ਉਹ ਇੱਕ ਹੋਰ ਸਾਇੰਸ ਹੈਗੀ ਹੈ। ਬਟ ਜਦੋਂ ਉਹ ਔਰਤ ਬੱਚੇ ਨੂੰ ਆਪਣੇ ਨੂੰ ਮਾਲਿਸ਼ ਕਰਾਉਂਦੀ, ਉਹਦੇ ਇੰਨੇ ਬੈਨੀਫਿਟਸ ਹੁੰਦੇ ਆ। ਪਹਿਲੇ ਤੇ ਮਾਂ ਨੂੰ ਬੈਨੀਫਿਟ ਹੁੰਦੇ ਬਿਕੋਜ਼ ਸ਼ੀ ਇਜ਼ ਟੱਚਿੰਗ ਦ ਸਕਿਨ ਆਫ ਦ ਚਾਈਲਡ, ਉਹ ਬੱਚੇ ਦੀ ਸਕਿਨ ਨੂੰ ਟੱਚ ਕਰ ਰਹੀ ਹੈ, ਪਿਆਰ ਦੇ ਨਾਲ ਉਹਨੂੰ ਦੇਖ ਰਹੀ ਹੈ, ਤੇ ਉਹ ਉਹਦੇ ਅੰਦਰ ਉਹ ਜਿਹੜੇ ਹੈਪੀ ਹਾਰਮੋਨਸ ਆਉਣੇ ਚਾਹੀਦੇ ਆ ਉਹ ਫਲੋ ਹੋ ਰਿਹਾ, ਕਿਉਂਕਿ ਉਹਨੇ ਬੱਚੇ ਨੂੰ ਜਨਮ ਦਿੱਤਾ ਹੈ ਤੇ ਉਸ ਵਕਤ ਉਹਦੇ ਬੋਡੀ ਦੇ ਅੰਦਰ ਹਾਰਮੋਨਸ ਬੜੇ ਅਪ ਐਂਡ ਡਾਊਨ ਜਾ ਰਹੇ ਨੇ। ਸੋ ਈਵਨ ਮਸਾਜ ਦੇ ਪ੍ਰੋਸੈਸ ਦੇ ਵਿੱਚ ਵੀ ਇਹ ਨਹੀਂ ਕਿ ਬੈਨੀਫਿਟ ਮਸਾਜ ਕਰਵਾਉਣ ਵਾਲੇ ਨੂੰ ਪਹੁੰਚ ਰਿਹਾ, ਸੋ ਮਸਾਜ ਕਰਨ ਵਾਲੇ ਨੂੰ ਵੀ ਹਿਊਮਨ ਟੱਚ ਕਰਕੇ ਚੰਗਾ ਲੱਗਦਾ। ਐਗਜ਼ੈਕਟਲੀ, ਇਟਸ ਗਿਵ ਐਂਡ ਟੇਕ ਇਨ ਬੋਥ। ਉਹ ਹੁਣ ਪ੍ਰੋਫੈਸ਼ਨਲੀ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਕੰਡੀਸ਼ਨ ਕਰ ਲੈਂਦੇ ਹਾਂ, ਬਟ ਦਿਸ ਇਜ਼ ਹਾਊ ਇਟ ਸਟਾਰਟਸ। ਤੇ ਜਦੋਂ ਮਾਂ ਉਹਨੂੰ ਕਰ ਰਹੀ ਹੈ, ਸ਼ੀ ਇਜ਼ ਗਿਵਿੰਗ ਦ ਮਸਾਜ, ਉਹਨੂੰ ਵੀ ਉਨਾ ਹੀ ਬੈਨੀਫਿਟ ਹੋ ਰਿਹਾ ਜਿੰਨਾ ਕਿ ਬੱਚੇ ਨੂੰ ਬੈਨੀਫਿਟ ਹੋ ਰਿਹਾ, ਕਿਉਂਕਿ ਉਹਦੀ ਬੋਡੀ ਦੇ ਵਿੱਚ ਉਹ ਆਕਸੀਟੋਸਿਨ, ਸੈਰੋਟੋਨਿਨ ਸਾਰਾ ਕੁਛ ਰਿਲੀਜ਼ ਹੋ ਰਿਹਾ, ਐਂਡੋਰਫਿਨਸ ਰਿਲੀਜ਼ ਹੋ ਰਹੇ ਨੇ, ਐਂਡ ਬੱਚੇ ਦੇ ਅੰਦਰ ਰੈਜ਼ਿਲੀਅੰਸ ਹੋ ਰਹੀ ਹੈ, ਰੈਜ਼ਿਲੀਅੰਸ ਪੈਦਾ ਹੋ ਰਹੀ ਹੈ। ਉਹ ਇੱਕ ਫੀਅਰ ਜਿਹੜਾ lack of touch ਤੋਂ ਆਉਣਾ ਸੀਗਾ ਉਹ ਨਹੀਂ ਆ ਰਿਹਾ। The child is feeling happier, content, ਔਰ trust create ਹੋ ਰਿਹਾ, ਇੱਕ bond ਬਣ ਰਿਹਾ ਬੱਚੇ ਦੇ ਵਿੱਚ ਔਰ ਇੱਕ parent ਦੇ ਵਿੱਚ ਜਾਂ caregiver ਗਿਵਰ ਦੇ ਵਿੱਚ। So it is very very important. And also you know, ਅਗਰ ਅਮਰੀਕਨ ਬੱਚੇ ਦੇਖੀਏ, ਆਈ ਨੋ ਕਿ ਹੁਣ ਤੇ ਚਲੋ ਥੋੜੀ ਜਿਹੀ ਸੋਸਾਇਟੀ ਫਿਰ ਵੀ ਬੈਟਰ ਹੋ ਗਈ ਹੈ, ਬਟ ਇੱਕ ਟਾਈਮ ਐਸਾ ਸੀਗਾ, ਮੈਂ ਆਪਣੇ ਆਪ ਐਕਸਪੀਰੀਅੰਸ ਕੀਤਾ ਹੈ ਕਿ ਅਗਰ ਬੱਚਾ ਕ੍ਰਿਬ 'ਚ ਪਿਆ ਨਾ, ਉਹ ਰੋ ਰਿਹਾ, ਤੇ ਉਹਨਾਂ ਨੇ ਕਹਿਣਾ ਕਿ ਕੋਈ ਗੱਲ ਨਹੀਂ ਰੋਣ ਦੋ। ਆਈ ਥਿੰਕ ਆਈ ਵਾਜ਼ ਇਨ ਯੂਰਪ ਸਮ ਟਾਈਮ, ਕਿਸੇ ਦੇ ਘਰ ਸੀਗੀ ਮੈਂ, ਆਪਣੀ ਕਜ਼ਨ ਦੇ ਘਰ, ਤੇ ਉਹ ਉਹਨਾਂ ਦੀ ਵਾਈਫ ਸੀਗੀ, ਤੇ ਉਹਨਾਂ ਬੱਚਾ ਰੋਈ ਜਾ ਰਿਹਾ ਕ੍ਰਿਬ ਵਿੱਚ, ਔਰ ਮੈਂ ਪਰੇਸ਼ਾਨ ਹੋ ਰਹੀ ਸੀ ਕਿ ਬੱਚਾ ਰੋ ਰਿਹਾ, ਆਪਾਂ ਚੁੱਕੀ। ਸ਼ੀ ਵਾਜ਼ ਲਾਈਕ ਨੋ, ਇਹ ਆਪਣੇ ਬੱਚਾ ਚੁੱਪ ਹੋ ਜਾਏਗਾ, ਅਸੀਂ ਬੱਚਿਆਂ ਨੂੰ ਗਲਤ ਆਦਤਾਂ ਨਹੀਂ ਪਾਉਣੀਆਂ। ਐਂਡ ਨਾਓ ਇਟ ਹੈਜ਼ ਬੀਨ ਪ੍ਰੂਵਡ ਕਿ ਅਗਰ ਤੁਸੀਂ ਬੱਚੇ ਨੂੰ ਉਸ ਵਕਤ ਚੁੱਕ ਲੈਂਦੇ, ਇੱਕ ਬੌਂਡ, ਉਹ ਫੀਅਰ, ਉਹਦੀ ਨੀਡਸ ਪੂਰੀਆਂ ਹੋ ਜਾਣੀਆਂ ਸੀਗੀਆਂ, ਬਟ ਡਿਊ ਟੂ ਦ ਲੈਕ ਉਹ ਬੱਚਾ ਉਹਦੀ ਗਰੋਥ, ਉਹਦਾ ਇਮਿਊਨ ਸਿਸਟਮ ਔਰ ਉਹਦੇ ਟਰਸਟ ਇਸ਼ੂਜ਼ ਇੰਨੇ ਮੈਸਅਪ ਹੋ ਜਾਂਦੇ ਆ। ਇਹ ਜਿਹੜੀ ਟੱਚਿੰਗ ਨੂੰ ਲਵ ਲੈਂਗੁਏਜ ਵੀ ਕਹਿੰਦੇ ਜੀ। Love language, it's a part of love language. Your love language can be huge. Love language ਵਿੱਚ ਬਹੁਤ ਕੁਛ ਆ ਜਾਂਦਾ। ਅੱਛਾ ਸ਼ੈਲੀ ਜੀ, ਜਿਹੜੇ ਲੋਕ ਤੁਸੀਂ ਅਮਰੀਕਾ ਦੀ ਗੱਲ ਕਰ ਰਹੇ ਸੀ, ਬਹੁਤ ਸਾਰੇ ਇਹੋ ਜਿਹੇ ਲੋਕ ਵੀ ਆ ਜਿਹੜੇ ਇਕੱਲੇ ਰਹਿੰਦੇ ਆ ਜਾਂ ਉਹ ਟੱਚ ਅਵੋਇਡ ਕਰਦੇ ਆ। ਕਹਿੰਦੇ ਕਈ ਲੋਕ ਇਹੋ ਜਿਹੇ ਵੀ ਆ ਜਿਨ੍ਹਾਂ ਨੇ 6-6 ਮਹੀਨੇ ਸਾਲ ਕਿਸੇ ਨੂੰ ਟੱਚ ਹੀ ਨਹੀਂ ਕੀਤਾ, ਹਿਊਮਨ ਟੱਚ ਮਿਲਿਆ ਨਹੀਂ। ਜਿਨ੍ਹਾਂ ਨੂੰ ਇੰਨਾ ਲੰਬਾ ਸਮਾਂ ਹਿਊਮਨ ਟੱਚ ਹਾਸਲ ਨਾ ਹੋਵੇ, ਉਹਨਾਂ ਨੂੰ ਕੋਈ ਬਿਮਾਰੀ ਲੱਗ ਸਕਦੀ ਹੈ। ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ, ਤੇ ਜਿਹੜੀਆਂ ਆਲਰੇਡੀ ਲੱਗੀਆਂ ਹੁੰਦੀਆਂ ਬਿਮਾਰੀਆਂ ਉਹਨਾਂ ਨੂੰ ਉਹ ਵੀ ਇਨਹੈਂਸ ਹੋ ਜਾਂਦੀਆਂ। ਸੋ ਅਗਰ ਦੇਖਿਆ ਜਾਏ ਤੇ 95 to 98% ਜਿੰਨੀਆਂ ਵੀ ਬਿਮਾਰੀਆਂ ਸਟ੍ਰੈਸ ਰਿਲੇਟਡ ਨੇ, ਠੀਕ ਹੈ, ਅਨਲੈਸ ਅੰਟਿਲ ਕੋਈ ਤੁਹਾਡਾ ਐਕਸੀਡੈਂਟ ਹੋ ਜਾਏ, ਦੈਨ ਦੈਟ ਇਜ਼ ਅਨਦਰ ਥਿੰਗ, ਬਟ ਮੋਸਟਲੀ ਜਿਹੜੀਆਂ ਬੋਡੀਜ਼ ਹੁੰਦੀਆਂ, ਹਿਊਮਨ ਬੋਡੀਜ਼ ਹੈ, ਉਹ ਸੈਲਫ ਹੀਲ ਹੋ ਜਾਂਦੀ ਹੈ, ਤੇ ਅਸੀਂ ਬਿਮਾਰੀਆਂ ਇਨਵਾਈਟ ਕਰੀਦਾ ਆਪਣੇ ਆਪ, ਬਿਕੋਜ਼ ਸਟ੍ਰੈਸ ਰਿਲੇਟਡ ਨੇ। ਅਸੀਂ ਸਟ੍ਰੈਸ ਨੂੰ ਇਨਵਾਈਟ ਕਰਨੇ ਆ, ਸਟ੍ਰੈਸ ਨੂੰ ਮੈਨੇਜ ਨਹੀਂ ਕਰਦੇ, ਤੇ ਫਿਰ ਉਹ ਬਿਮਾਰੀਆਂ, ਸਾਡੇ ਇਮਿਊਨ ਸਿਸਟਮ ਲੋ ਹੋ ਜਾਂਦਾ, ਤੇ ਆਸ-ਪਾਸ ਦੇ ਜਿੰਨੇ ਵਾਇਰਸਿਸ ਹੁੰਦੇ ਉਹ ਸਾਨੂੰ ਅਟੈਕ ਕਰਦੇ ਆ। ਸੋ ਹੋਰ ਕੀ ਇੰਪੈਕਟਸ ਜਾਂ ਇਫੈਕਟਸ ਨੇ ਟੱਚ ਡੈਪਰੀਵੇਸ਼ਨ ਦੇ? ਟੱਚ ਡੈਪਰੀਵੇਸ਼ਨ ਦੇ ਸਭ ਤੋਂ ਵੱਡਾ ਇਫੈਕਟ ਇਹ ਹੈ ਕਿ ਜਦੋਂ ਤੁਹਾਡੇ ਕੋਲ ਹੈਪੀ ਹਾਰਮੋਨਸ ਨਹੀਂ ਆ ਰਹੇ, ਤੇ ਇਸਦਾ ਮਤਲਬ ਅਨਹੈਪੀ ਹਾਰਮੋਨਸ ਆ ਰਹੇ, ਕੋਰਟੀਜ਼ੋਲ ਆ ਰਿਹਾ ਤੁਹਾਡੇ ਬੋਡੀ ਦੇ ਵਿੱਚ, ਵਿਚ ਇਜ਼ ਪ੍ਰੋਵਾਈਡਿੰਗ making you, which is preparing you for fight, flight and freeze kind of mechanism, ਕਿ ਜਦੋਂ ਤੁਸੀਂ ਹਮੇਸ਼ਾ ਇੱਕ ਐਸੇ ਸਟੇਟ ਆਫ ਮਾਈਂਡ 'ਚ ਰਹਿੰਦੇ ਹੋ ਜਿੱਥੇ ਤੁਹਾਨੂੰ ਹਮੇਸ਼ਾ ਫੀਅਰ 'ਚ, ਡਰ 'ਚ ਰਹਿੰਦੇ ਹੋ ਕਿ ਮੈਨੂੰ ਇੱਥੋਂ ਅਟੈਕ ਹੋ ਜਾਣਾ, ਮੈਨੂੰ ਉੱਥੋਂ ਕਿਸੇ ਨੇ ਕੁਛ ਕਹਿ ਦਿੱਤਾ, ਤੇ ਮੈਂ ਆਪਣੇ ਆਪ ਨੂੰ ਹਮੇਸ਼ਾ ਇੱਕ ਅਲਰਟ ਮੋਡ ਵਿੱਚ ਰੱਖਣਾ, ਇੱਕ ਫਾਈਟ ਮੋਡ ਵਿੱਚ ਰੱਖਣਾ। ਤੇ ਜਦੋਂ ਮੈਂ ਫਾਈਟ ਮੋਡ ਵਿੱਚ ਰੱਖਾਂਗੀ ਤੇ ਮੇਰੀ ਬੋਡੀ ਇੱਕਦਮ ਟਾਈਟ ਰਹੇਗੀ,
which means कि मेरी ਜਿਹੜੀ growth होनी है emotionally, physically, mentally, spiritually, ਉਹ ਤੇ ਹੋ ਹੀ ਨਹੀਂ ਰਹੀ। ਉਲਟਾ मैं अपने अंदर stress ਵਧਾਈ ਜਾ ਰਹੀ ਹਾਂ which means कि I'm inviting lots of diseases। तो ਇਹ ਸਭ ਤੋਂ ਵੱਡਾ ਇਹ ਹੈਗਾ ਕੋਰਟੀਜ਼ੋਲ ਸਾਡੀ ਬਾਡੀ ਦੇ ਵਿੱਚ ਇੰਨਾ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਕਿ ਫਿਰ ਉਹ ਬਿਮਾਰੀਆਂ ਬਣ ਜਾਂਦੀਆਂ ਸਾਡੀ ਬਾਡੀ ਦੇ ਅੰਦਰ। ਹੁਣ ਤੁਹਾਨੂੰ ਪਤਾ ਹੀ ਹੈ ਵੀ ਪੈਂਡੈਮਿਕ ਕਰਕੇ ਸਾਨੂੰ ਇੱਕ ਦੂਜੇ ਤੋਂ ਡਿਸਟੈਂਸ ਮੇਨਟੇਨ ਕਰਨਾ ਪੈ ਰਿਹਾ, ਔਰ ਪ੍ਰੋ ਕੋਵਿਡ ਦੇ ਵਿੱਚ ਤਾਂ ਜ਼ਰੂਰ ਤੁਹਾਡੀ ਗੱਲ ਬਿਲਕੁਲ ਠੀਕ ਆ। ਇੱਥੇ ਨਾਲੋਂ ਮੈਂ ਦੇਖਿਆ ਵੈਂਕੂਵਰ ਸ਼ਹਿਰ ਦੇ ਵਿੱਚ ਲੋਕ ਜਿਹੜੇ ਆ ਔਰ ਖਾਸ ਗਰੁੱਪਸ ਨੇ ਜਿਹੜੇ ਉਹ ਜ਼ਰੂਰ ਹੱਗਸ ਕਰਦੇ ਇੱਕ ਦੂਜੇ ਨੂੰ, ਕਡਲ ਕਰਦੇ ਆ, ਜਾਂ ਉਹਨਾਂ ਨੂੰ ਹਿਊਮਨ ਟੱਚ ਦੀ ਬਹੁਤ ਜ਼ਰੂਰਤ ਰਹਿੰਦੀ ਆ। ਲੇਕਿਨ ਹੁਣ ਦੇ ਇਸ ਪੈਂਡੈਮਿਕ ਦੇ ਵਿੱਚ ਫਿਰ ਕੀ ਕੀਤਾ ਜਾਏ ਜੀ? ਹੁਣ ਤਾਂ ਤੁਹਾਨੂੰ ਟੱਚ ਕਰਨਾ ਬਿਲਕੁਲ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੋ ਗਈ। ਜਿਸ ਤਰ੍ਹਾਂ ਡਾਕਟਰਾਂ ਨੇ ਸਾਨੂੰ, ਹੈਲਥ ਅਥਾਰਟੀਜ਼ ਨੇ ਦੱਸਿਆ, ਤੁਸੀਂ ਟੱਚ ਕੀਤਾ ਨਹੀਂ ਤੇ ਜਰਮ ਤੁਹਾਡੇ ਅੰਦਰ ਗਏ ਨਹੀਂ ਤੇ ਤੁਹਾਡੀ ਮੌਤ ਹੋਈ ਨਹੀਂ, ਮੌਤ ਹੋ ਸਕਦੀ ਹੈ, ਹੋਈ ਜਾ ਰਹੀ ਹੈ। ਇਹਨਾਂ ਦਿਨਾਂ ਦੇ ਵਿੱਚ ਫਿਰ ਕਿਵੇਂ ਕੀਤਾ ਜਾ ਸਕਦਾ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਕਿ ਸਪੈਸ਼ਲੀ ਇਹਨਾਂ ਦਿਨਾਂ ਦੇ ਵਿੱਚ ਇੱਕ ਤਾਂ ਹੁੰਦਾ ਨਾ ਇਨਸਾਨ ਇਟਸ ਅ ਟੱਚ ਇਜ਼ ਅ ਹੰਗਰ, ਜਿਸ ਤਰ੍ਹਾਂ ਕਹਿੰਦੇ ਨਾ ਸਕਿਨ ਹੰਗਰ, ਤੁਸੀਂ ਕਹਿ ਰਹੇ ਸੀ ਸਕਿਨ ਹੰਗਰ ਸਾਨੂੰ ਬਹੁਤ ਰੀਅਲ ਹੈ, ਇਹ ਬਹੁਤ ਰੀਅਲ ਚੀਜ਼ ਹੈ, ਸਾਨੂੰ ਲੱਗਦਾ ਨਹੀਂ ਹੈ ਪਰ ਇਟ ਇਜ਼ ਵੈਰੀ ਰੀਅਲ। ਇੱਕ ਹੁੰਦਾ ਕਿ ਜਿਸ ਤਰ੍ਹਾਂ ਸਾਨੂੰ ਭੁੱਖ ਲੱਗਦੀ ਹੈ ਉਸ ਤਰ੍ਹਾਂ ਸਾਡੀ ਸਕਿਨ ਨੂੰ ਵੀ ਹੰਗਰ ਹੁੰਦੀ ਹੈ ਟੱਚ ਦੀ, ਤੇ ਉਸ ਤਰ੍ਹਾਂ ਸਕਿਨ ਨੂੰ ਵੀ ਭੁੱਖ ਲੱਗਦੀ ਹੈ। ਹੁਣ ਜਦੋਂ ਤੁਹਾਨੂੰ ਭੁੱਖ ਲੱਗੀ ਹੋਏ, ਤੁਹਾਡੇ ਆਸ-ਪਾਸ ਰੋਟੀ ਪਾਣੀ ਕੁਛ ਨਾ ਹੋਏ, ਠੀਕ ਹੈ, ਤੇ ਤੁਹਾਡਾ ਮਾਈਂਡ ਕਹਿੰਦਾ ਕਿ ਯੂ ਨੋ ਦੇयर इज नो ਫੂਡ, ਤੇ ਉਹ ਫੂਡ ਲੱਭਦਾ ਤੇ ਉਹਦੇ ਵਿੱਚ ਉਹ ਬਿਜ਼ੀ ਹੋ ਜਾਂਦਾ ਫੂਡ ਲੱਭਣ ਵਾਸਤੇ। ਪਰ ਸੋਚਣ ਵਾਲੀ ਗੱਲ ਹੈ ਕਿ ਤੁਹਾਡੇ ਆਸ-ਪਾਸ ਬਹੁਤ ਸਾਰਾ ਖਾਣਾ ਪਿਆ ਹੋਏ ਔਰ ਤੁਹਾਨੂੰ ਉਹ ਖਾਣਾ ਖਾਣ ਨੂੰ ਨਾ ਦਿੱਤਾ ਜਾਏ, ਉਹਦੇ ਨਾਲ ਫਿਰ ਮੈਂਟਲ ਇਸ਼ੂਜ਼ ਬਹੁਤ ਸਿਵੀਅਰ ਹੋ ਜਾਂਦੇ ਆ। ਇਨਸਾਨ ਸਟੇਟ ਆਫ ਕਨਫਿਊਜ਼ਨ 'ਚ ਹੀ ਰਹਿੰਦਾ ਹੈ ਕਿ ਸਾਹਮਣੇ ਖਾਣਾ ਪਿਆ ਤੇ ਮੈਂ ਖਾਣਾ ਕਿਉਂ ਨਹੀਂ ਖਾ ਪਾ ਰਿਹਾ। ਸਿਮਿਲਰਲੀ ਸਾਡੇ ਆਸ-ਪਾਸ ਫੈਮਿਲੀ ਮੈਂਬਰਸ ਨੇ, ਸਾਡੇ ਦੋਸਤ ਮਿੱਤਰ ਨੇ, ਸਾਨੂੰ ਪਤਾ ਹੈ ਕਿ ਅਸੀਂ ਉਹਨਾਂ ਨੂੰ ਟੱਚ ਕਰ ਸਕਦੇ ਹਾਂ, ਹੱਗ ਕਰ ਸਕਦੇ ਹਾਂ, ਪਰ ਅਸੀਂ ਕਰ ਨਹੀਂ ਪਾ ਰਹੇ। ਤੇ ਸਾਡਾ ਜਿਹੜਾ ਥਿੰਕਿੰਗ ਪ੍ਰੋਸੈਸ ਹੈਗਾ ਜਾਂ ਫੀਲਿੰਗ ਪ੍ਰੋਸੈਸ ਹੈ ਉਹ ਬਹੁਤ ਸਟੇਟ ਆਫ ਕਨਫਿਊਜ਼ਨ 'ਚ ਆ ਜਾਂਦਾ ਹੈ, ਔਰ ਇੱਕ ਇਟਸ ਨਾਟ ਅ ਗੁੱਡ ਫੀਲਿੰਗ, ਹੈ ਨਾ। ਉਦਾਸ ਹੋ ਜਾਂਦੇ ਲੋਕੀ। ਹਾਂ ਬਿਲਕੁਲ। ਤੇ ਇਸ ਚੀਜ਼ ਨੂੰ ਹੁਣ ਅਸੀਂ ਸਾਡੀ ਰਿਸਪੋਂਸਿਬਿਲਿਟੀ ਬਣਦੀ, ਕਿਸੇ ਹੋਰ ਦੀ ਰਿਸਪੋਂਸਿਬਿਲਿਟੀ ਨਹੀਂ ਹੈ। ਹਰ ਇੱਕ ਇੰਡੀਵਿਜੂਅਲ ਦੀ ਰਿਸਪੋਂਸਿਬਿਲਿਟੀ ਦੀ, ਹਰ ਇੱਕ ਇਨਸਾਨ ਦੀ ਆਪਣੀ ਰਿਸਪੋਂਸਿਬਿਲਿਟੀ ਹੈ ਕਿ ਵੀ ਹੁਣ ਇਹ ਪ੍ਰੋਬਲਮ ਆ ਗਈ ਹੈ, ਇਹਨੂੰ ਅਸੀਂ ਕਿਸ ਤਰ੍ਹਾਂ ਸੋਲਵ ਕਰਨਾ। ਮੈਂ ਕਈ ਟੀ-ਸ਼ਰਟਸ ਦੇਖੀਆਂ ਨੇ ਤੇ ਲਿਖਿਆ ਹੁੰਦਾ ਹੈਵ ਯੂ ਹਗਡ ਯੂਰ ਚਾਈਲਡ ਟੁਡੇ? Yeah. So I think how I would think dealing is ਕਿ ਵੀਡੀਓ ਕਾਲਸ ਕਰ ਲਓ ਆਪਣੇ ਪੇਰੈਂਟਸ ਨਾਲ, ਆਪਣੇ ਫਰੈਂਡਸ ਨਾਲ, ਦੋਸਤ ਮਿੱਤਰਾਂ ਨਾਲ ਕਰੋ, ਗੱਲਬਾਤ ਕਰੋ ਰੋਜ਼ ਦੇ ਰੋਜ਼। ਤੇ ਮੈਂ ਕਿਤੇ ਦੇਖ ਰਹੀ ਸੀਗੀ ਜਿਸ ਤਰ੍ਹਾਂ ਉਹ ਇਟਲੀ ਵਿੱਚ ਨਹੀਂ ਸੀ ਡਾਂਸ ਪਾਰਟੀਜ਼ ਹੋ ਰਹੀਆਂ ਸੀਗੀਆਂ, ਆਪਣੇ ਬਾਲਕਨੀਜ਼ ਦੇ ਵਿੱਚ ਲੋਕੀ ਖੜੇ ਹੋ ਕੇ ਡਾਂਸ ਵਗੈਰਾ ਕਰ ਰਹੇ ਸੀਗੇ। ਤੇ ਐਕਚੁਅਲੀ ਉਹਦੇ ਨਾਲ ਜਿਹੜਾ ਤੁਹਾਡਾ ਮਾਈਂਡ ਹੈਗਾ, ਮਾਈਂਡ ਬਿਲਕੁਲ ਉਹੀ ਪਰਸੀਵ ਕਰਦਾ ਜੋ ਤੁਸੀਂ ਉਹਨੂੰ ਦਿਖਾ ਰਹੇ ਹੋ, ਤੇ ਉਹ ਖੜੇ ਹੋ ਕੇ ਡਾਂਸ ਜ਼ਰੂਰ ਕਰ ਰਹੇ ਨੇ, even though they're not touching each other, but they are actually helping their bodies to release those good hormones. They are feeling good at the end of the day. After that ਜਿਹੜੇ ਉਹ ਡਾਂਸ ਵਗੈਰਾ ਕਰ ਰਹੇ ਸੀਗੇ ਆਪਣੇ ਬਾਲਕਨੀਜ਼ ਦੇ ਵਿੱਚ, ਉਹ ਸੌਂਦੇ ਵਧੀਆ ਨੇ, ਅੱਛਾ ਮਹਿਸੂਸ ਕਰਦੇ ਹੈ, ਕਨੈਕਟਡ ਮਹਿਸੂਸ ਕਰਦੇ ਹੈ ਆਪਣੀ ਕਮਿਊਨਿਟੀ ਦੇ ਨਾਲ। ਸੋ ਇਟ ਇਜ਼ ਵੈਰੀ ਵੈਰੀ ਬੈਨੀਫਿਸ਼ੀਅਲ। ਇਹ ਆਪਣੇ ਆਪ ਹੀ ਲੱਭਣਾ ਪੈਣਾ ਸਾਰਿਆਂ ਨੂੰ ਕਿ ਕੀ ਕਰਨਾ। ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਹਦੇ ਵਿੱਚ ਇਹੀ ਸੀ ਕਿ ਜਿਹੜੇ ਤੁਹਾਡੇ ਬਬਲ ਜ਼ੋਨ ਦੇ ਵਿੱਚ ਨੇ, ਤੁਹਾਡੇ ਪਰਿਵਾਰ ਦੇ ਮੈਂਬਰ ਨੇ ਜਿਨ੍ਹਾਂ ਨਾਲ ਤੁਸੀਂ ਰਹਿ ਰਹੇ ਹੋ, ਉਹਦੇ 'ਚ ਇਹਨਾਂ ਦਿਨਾਂ ਦੇ ਵਿੱਚ ਜੇ ਹਗਿੰਗ ਦੀ ਫਰੀਕੁਐਂਸੀ ਵਧਾ ਦਿੱਤੀ ਜਾਏ ਜਾਂ ਸਕਿਨ ਟੱਚ ਜਾਂ ਸਕਿਨ ਹੰਗਰ ਆ ਜਿਹੜੀ ਉਹ ਸੈਟਿਸਫਾਈ ਹੋ ਜਾਏ, ਤਾਂ ਉਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਹੋਰ ਸਟਰੋਂਗ ਹੋ ਸਕਦਾ, ਜਿਹਦੇ ਨਾਲ ਤੁਹਾਨੂੰ ਬਿਮਾਰੀ ਨਹੀਂ ਲੱਗਦੀ। ਬਿਲਕੁਲ। ਆਪਣੀ ਫੈਮਿਲੀ ਦੇ ਨਾਲ ਕਹਿੰਦੇ ਅਗਰ ਤੁਸੀਂ 4 ਵਾਰੀ ਹੱਗ ਕਰੋ ਆਪਣੀ ਫੈਮਿਲੀ ਨੂੰ, ਤੇ ਉਹ ਬੇਸਿਕ ਲੈਵਲ ਤੁਹਾਡੀ ਸਰਵਾਈਵਲ ਠੀਕ ਰਹਿੰਦੀ ਹੈ। 4 ਹੱਗਸ ਅ ਡੇ, ਠੀਕ ਹੈ। ਜੇ ਤੁਸੀਂ 8 ਹੱਗਸ ਕਰਦੇ ਹੋ ਤੇ ਫਿਰ ਤੁਹਾਡੇ ਫਿਜ਼ੀਕਲ ਐਂਡ ਮੈਂਟਲ, ਦੈਟ ਇਜ਼ ਫॉर ਮੇਨਟੇਨੈਂਸ ਆਫ ਯੂਰ ਗੁੱਡ ਬੋਡੀ, 8 ਹੱਗਸ ਅ ਡੇ। ਤੇ ਜੇ ਤੁਸੀਂ ਥਰਾਈਵ ਕਰਨਾ ਹੈ, ਖੁਸ਼ ਰਹਿਣਾ, ਉਛਲਦੇ ਕੁੱਦਦੇ ਰਹਿਣਾ, ਫਿਰ ਤੁਹਾਨੂੰ 12 ਤੋਂ 14 ਹੱਗਸ ਚਾਹੀਦੇ ਆ ਰੋਜ਼ 24 ਘੰਟੇ 'ਚ, ਇੱਕ ਦਿਨ 'ਚ। 1 hug hour, 1 ਘੰਟੇ 'ਚ 1 hug। ਵਾਓ,
ਸ਼ੈਲੀ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। I really appreciate that. Thank you, Jeet. Nice talking to you, and thank you, everyone. Thank you. ਸ਼ੈਲੀ ਸੰਧੂ ਜੀ ਪਹਿਲਾਂ 에ਅਰ ਹੋਸਟਸ ਰਹੇ ਨੇ, ਉਹ ਸਰਟੀਫਾਈਡ ਹਿਪਨੋਥੈਰੇਪਿਸਟ ਹਨ, ਸੈਂਸਰੀ ਐਨਰਜੀ ਹੀਲਰ ਨੇ, ਜਿਹੜੇ ਗੱਲ ਦੱਸ ਰਹੇ ਸਨ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.